ਓਮ ਸ਼ਾਂਤੀ। ਅੱਜ ਪਿਆਰੇ ਬਾਪ ਦਾਦਾ ਦੇ 21/6/2021 ਦੇ ਮਹਾਵਚਨ। ਪਿਆਰੇ ਬਾਪ ਦਾਦਾ ਨੇ ਅੱਜ ਆਪਣੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਪਾਵਨ ਬਣਨ ਦਾ ਇੱਕਮਾਤਰ ਉਪਾਅ ਹੈ ਬਾਪ ਦੀ ਯਾਦ ਦੀ ਮਿਹਨਤ ਹੀ ਅੰਤ ਵਿੱਚ ਕੰਮ ਆਵੇਗੀ। ਪ੍ਰਸ਼ਨ ਹੈ, ਸੰਗਮ ਯੁੱਗ ਤੇ ਕਿਹੜਾ ਤਿਲਕ ਦਵੋ ਤਾਂ ਸਵਰਗ ਦੀ ਰਾਜਾਈ ਦਾ ਤਿਲਕ ਮਿਲ ਜਾਵੇਗਾ? ਉੱਤਰ ਹੈ, ਸੰਗਮ ਉੱਤੇ ਯਹੀ ਤਿਲਕ ਦਵੋ ਕਿ ਅਸੀਂ ਆਤਮਾ ਬਿੰਦੀ ਹਾਂ, ਸਰੀਰ ਨਹੀਂ। ਅੰਦਰ ਅੰਦਰ ਇਹੀ ਘੋਟਦੇ ਰਹੋ ਕਿ ਅਸੀਂ ਆਤਮਾ ਹਾਂ। ਸਾਨੂੰ ਬਾਪ ਤੋਂ ਵਰਸਾ ਲੈਣਾ ਹੈ। ਬਾਬਾ ਵੀ ਬਿੰਦੀ ਹੈ, ਅਸੀਂ ਵੀ ਬਿੰਦੀ ਹਾਂ। ਇਸ ਤਿਲਕ ਨਾਲ ਸਵਰਗ ਦੀ ਰਾਜਾਈ ਦਾ ਤਿਲਕ ਪ੍ਰਾਪਤ ਹੋਵੇਗਾ। ਬਾਬਾ ਕਹਿੰਦੇ ਹਨ, ਮੈਂ ਗਾਰੰਟੀ ਕਰਦਾ ਹਾਂ, ਤੁਸੀਂ ਯਾਦ ਕਰੋ ਤਾਂ ਅੱਧਾ ਕਲਪ ਦੇ ਲਈ ਰੋਣ ਤੋਂ ਛੁੱਟ ਜਾਵੋਗੇ। ਓਮ ਸ਼ਾਂਤੀ। ਇਹ ਫੁਰਨਾ ਮਨਾ ਖਿਆਲ ਰਹਿਣਾ ਚਾਹੀਦਾ ਹੈ ਕਿ ਮੈਂ ਆਤਮਾ ਨੂੰ, ਬਾਪ ਨੂੰ ਜ਼ਰੂਰ ਯਾਦ ਕਰਨਾ ਹੈ, ਕਿ ਮੈਨੂੰ ਆਤਮਾ ਨੇ ਜ਼ਰੂਰ ਬਾਪ ਨੂੰ ਯਾਦ ਕਰਨਾ ਹੈ ਤਾਂ ਪਾਵਨ ਬਣ ਸਕਦੇ ਹੋ। ਮਿਹਨਤ ਜੋ ਕੁਛ ਹੈ ਉਹ ਇਹੀ ਹੈ, ਜੋ ਮਿਹਨਤ ਬੱਚਿਆਂ ਤੋਂ ਪਹੁੰਚਦੀ ਨਹੀਂ ਹੈ। ਮਾਇਆ ਬਹੁਤ ਹੈਰਾਨ ਕਰ ਦਿੰਦੀ ਹੈ। ਇੱਕ ਬਾਪ ਦੀ ਯਾਦ ਭੁਲਾ ਦਿੰਦੀ ਹੈ, ਦੂਸਰੇ ਦੀ ਯਾਦ ਆ ਜਾਂਦੀ ਹੈ। ਬਾਪ ਅਥਵਾ ਸਾਜਨ ਨੂੰ ਯਾਦ ਨਹੀਂ ਕਰਦੇ ਹੋ। ਇਸ ਤਰ੍ਹਾਂ ਦੇ ਸਾਜਨ ਨੂੰ ਤਾਂ ਘੱਟ ਤੋਂ ਘੱਟ 8 ਘੰਟਾ ਯਾਦ ਕਰਨ ਦੀ ਸੇਵਾ ਕਰਨੀ ਹੈ, ਅਰਥਾਤ ਸਾਜਨ ਨੂੰ ਮਦਦ ਕਰਨੀ ਹੈ ਯਾਦ ਕਰਨ ਦੀ। ਉੱਠਦੇ, ਬੈਠਦੇ, ਚਲਦੇ ਫਿਰਦੇ ਇੱਕ ਬਾਪ ਨੂੰ ਯਾਦ ਕਰਦੇ ਰਹੋ, ਹੋਰ ਕੁਝ ਵੀ ਨਹੀਂ। ਅੰਤ ਵਿੱਚ ਇੱਕ ਦੀ ਹੀ ਯਾਦ ਕੰਮ ਆਵੇਗੀ। ਆਪਣੇ ਨੂੰ ਅਸ਼ਰੀਰੀ ਆਤਮਾ ਸਮਝੋ। ਅਸੀਂ ਹੁਣ ਵਾਪਸ ਜਾਣਾ ਹੈ। ਇਹ ਮਿਹਨਤ ਬਹੁਤ ਕਰਨੀ ਹੈ। ਸਵੇਰੇ ਇਸ਼ਨਾਨ ਆਦਿ ਕਰਕੇ ਫਿਰ ਇਕਾਂਤ ਵਿੱਚ ਉੱਪਰ ਛੱਤ ਤੇ ਜਾਂ ਹਾਲ ਦੇ ਵਿੱਚ ਆ ਕੇ ਬੈਠ ਕੇ, ਬਾਬਾ ਕਹਿੰਦੇ ਬੈਠ ਜਾਓ। ਜਿੰਨਾ ਇਕਾਂਤ ਹੋਵੇ ਓਨਾ ਹੀ ਵਧੀਆ ਹੈ। ਹਮੇਸ਼ਾ ਇਹ ਖਿਆਲ ਕਰੋ ਕਿ ਸਾਨੂੰ ਬਾਪ ਨੂੰ ਯਾਦ ਕਰਨਾ ਹੈ। ਅਸੀਂ ਬਾਪ ਨੂੰ ਯਾਦ ਕਰਨਾ ਹੈ, ਬਾਪ ਤੋਂ ਪੂਰਾ ਵਰਸਾ ਲੈਣਾ ਹੈ। ਇਹ ਮਿਹਨਤ ਹਰ 5000 ਸਾਲ ਬਾਅਦ ਤੁਹਾਨੂੰ ਕਰਨੀ ਪੈਂਦੀ ਹੈ। ਹੁਣ ਬਾਬਾ ਕਹਿ ਰਹੇ ਕਿ ਇਸ ਸੰਗਮ ਯੁੱਗ ਤੇ ਹੀ ਤੁਹਾਨੂੰ ਬਾਪ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ। ਬਸ ਇਹੀ ਵੇਲਾ ਹੈ ਜਦੋਂ ਬਾਪ ਕਹਿੰਦੇ ਹਨ, ਮੈਨੂੰ ਯਾਦ ਕਰੋ। ਬਾਪ ਆਉਂਦੇ ਵੀ ਸੰਗਮ ਯੁੱਗ ਤੇ ਹਨ। ਹੋਰ ਕੋਈ ਸਮੇਂ ਬਾਪ ਆਉਂਦੇ ਹੀ ਨਹੀਂ। ਫਿਰ ਬਾਬਾ ਕਹਿ ਰਹੇ ਕਿ ਬੱਚੇ ਮੈਨੂੰ ਯਾਦ ਕਰੋ। ਬੱਚੇ ਬਾਪ ਨੂੰ ਭੁੱਲ ਜਾਂਦੇ ਹਨ ਕਿਉਂਕਿ ਬਹੁਤ ਧੋਖਾ ਖਾਂਦੇ ਹਨ। ਰਾਵਣ ਬਹੁਤ ਧੋਖੇਬਾਜ਼ ਹੈ ਨਾ। ਅੱਧਾ ਕਲਪ ਦਾ ਇਹ ਦੁਸ਼ਮਣ ਹੈ। ਇਸ ਲਈ ਬਾਪ ਕਹਿੰਦੇ ਹਨ, ਰੋਜ਼ ਸਵੇਰੇ ਉੱਠ ਕੇ ਇਹ ਵਿਚਾਰ ਸਾਗਰ ਮੰਥਨ ਕਰੋ ਅਤੇ ਚਾਰਟ ਰੱਖੋ, ਕਿੰਨਾ ਸਮਾਂ ਅਸੀਂ ਬਾਪ ਨੂੰ ਯਾਦ ਕੀਤਾ, ਕਿੰਨੀ ਜੰਕ ਸਾਡੇ ਉੱਤੋਂ ਉਤਰਦੀ ਹੈ। ਸਾਰਾ ਮਦਾਰ ਤਾਂ ਯਾਦ ਦੇ ਉੱਤੇ ਹੈ ਨਾ। ਬੱਚਿਆਂ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣਾ ਪੂਰਾ ਵਰਸਾ ਪਾਉਣ ਦੀ। ਬਾਪ ਸ਼੍ਰੀਮਤ ਦੇਣ ਵਾਲਾ ਹੈ। ਬਾਬਾ ਕਹਿੰਦੇ, ਬੱਚੇ ਗ੍ਰਸਤ ਵਿਹਾਰ ਵਿੱਚ ਰਹੋ, ਧੰਦਾ ਤੋਰੀ ਆਦਿ ਕੁਝ ਵੀ ਕਰੋ, ਬਾਪ ਨੂੰ ਯਾਦ ਜ਼ਰੂਰ ਕਰਨਾ ਹੈ ਅਤੇ ਪਾਵਨ ਜ਼ਰੂਰ ਬਣਨਾ ਹੈ। ਬਸ
याद नहीं करोगे ਤਾਂ ਰਾਵਣ ਤੋਂ ਕਿਤੇ ਨਾ ਕਿਤੇ ਧੋਖਾ ਖਾਂਦੇ ਰਹੋਗੇ। ਇਸ ਲਈ ਮੂਲ ਗੱਲ ਸਮਝਾਉਂਦੇ ਹਨ ਯਾਦ ਦੀ। शिव बाबा ਨੂੰ याद करना है। ਦੇਹ ਸਹਿਤ ਦੇ ਜੋ ਵੀ ਸੰਬੰਧੀ ਹਨ ਉਹਨਾਂ ਨੂੰ ਭੁੱਲ ਕੇ ਆਪਣੇ ਆਪ ਨੂੰ ਆਤਮਾ ਨਿਸ਼ਚੈ ਕਰੋ। ਬਾਬਾ ਬਾਰ-ਬਾਰ ਸਮਝਾਉਂਦੇ ਹਨ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ, ਨਹੀਂ ਤਾਂ ਫਿਰ ਅੰਤ ਵਿੱਚ ਬਹੁਤ ਪਛਤਾਓਗੇ, ਬਹੁਤ ਧੋਖਾ ਖਾਓਗੇ। ਇਸ ਤਰ੍ਹਾਂ ਦਾ ਜ਼ੋਰ ਦੀ ਥੱਪੜ ਲੱਗੇਗਾ ਜੋ ਮਾਇਆ ਇੱਕਦਮ ਮੂੰਹ ਕਾਲਾ ਕਰਾ ਦੇਵੇਗੀ। ਬਾਬਾ ਆਏ ਹਨ ਗੋਰਾ ਮੂੰਹ ਬਣਾਉਣ ਲਈ। ਇਸ ਸਮੇਂ ਸਭ ਇੱਕ ਦੋ ਦਾ ਮੂੰਹ ਕਾਲਾ ਹੀ ਕਰਦੇ ਹਨ। ਗੋਰਾ ਬਣਾਉਣ ਵਾਲਾ ਇੱਕ ਹੀ ਬਾਪ ਹੈ। ਤੁਸੀਂ ਗੋਰੇ ਸਵਰਗ ਦੇ ਮਾਲਿਕ ਬਣੋਗੇ ਬਾਪ ਦੀ ਯਾਦ ਨਾਲ। ਬਾਕੀ ਤੁਹਾਡੇ ਧੰਦਾ ਧੋਰੀ ਆਦਿ ਨਾਲ ਤਾਂ ਬਾਬਾ ਦਾ ਕੋਈ ਸੰਬੰਧ ਨਹੀਂ ਹੈ। ਸਰੀਰ ਨਿਰਵਾਹ ਅਰਥ ਤੁਸੀਂ ਜੋ ਕਰਨਾ ਹੈ ਸੋ ਕਰੋ। ਬਾਪ ਤਾਂ ਸਿਰਫ ਕਹਿੰਦੇ ਮਨਮਨਾ ਭਵ, ਮਿਹਨਤ ਕਰਨੀ ਹੈ ਯਾਦ ਦੀ। ਇੱਥੇ ਆਉਂਦੇ ਹੋ ਤਾਂ ਇਹ ਬਹੁਤ ਮਿਹਨਤ ਕਰਨੀ ਹੈ। ਬਾਹਰ ਦੇ ਜੋ ਸੰਕਲਪ ਹਨ, ਬਾਹਿਅਤ ਸੰਕਲਪ ਹਨ, ਉਹਨਾਂ ਨੂੰ ਉਡਾ ਦੇਵੋ, ਨਹੀਂ ਤਾਂ ਵਾਯੂਮੰਡਲ ਬਹੁਤ ਖਰਾਬ ਕਰ ਦਿੰਦੇ ਹਨ। ਘਰ ਦੇ ਖੇਤੀਬਾੜੀ ਦੇ ਖਿਆਲਾਤ ਚੱਲਦੇ ਰਹਿੰਦੇ ਹਨ। ਕਦੇ ਬੱਚੇ ਯਾਦ ਆਉਣਗੇ, ਕਦੇ ਗੁਰੂ ਦੀ ਯਾਦ ਆਵੇਗੀ। ਸੰਕਲਪ ਚੱਲਦੇ ਰਹਿਣਗੇ ਤਾਂ ਵਾਯੂਮੰਡਲ ਖਰਾਬ ਕਰ ਦੇਣਗੇ ਨਾ। ਮਿਹਨਤ ਨਹੀਂ ਕਰਨ ਵਾਲੇ ਵਿਘਨ ਪਾਉਂਦੇ ਹਨ। ਇਹ ਇੰਨੀਆਂ ਮਹੀਨ ਗੱਲਾਂ ਹਨ। ਇਹ ਗੱਲਾਂ ਤੁਸੀਂ ਸੁਣਦੇ ਵੀ ਹੋ ਅਤੇ ਸਮਝਦੇ ਵੀ ਹੋ। ਜੋ ਸੱਚਾ ਬ੍ਰਾਹਮਣ ਹੋਵੇਗਾ ਉਹਨਾਂ ਨੂੰ ਚੰਗੀ ਤਰ੍ਹਾਂ ਬੁੱਧੀ ਵਿੱਚ ਬੈਠੇਗਾ, ਨਹੀਂ ਤਾਂ ਬੈਠੇਗਾ ਹੀ ਨਹੀਂ, ਯਾਦ ਟਿਕੇਗੀ ਨਹੀਂ। ਸਾਰਾ ਮਦਾਰ ਬਾਪ ਨੂੰ ਯਾਦ ਕਰਨ ਤੇ ਹੈ। ਬਾਬਾ ਬਾਰ-ਬਾਰ ਕਹਿੰਦੇ ਹਨ ਬੱਚੇ ਬਾਪ ਨੂੰ ਯਾਦ ਕਰੋ। ਇਹ ਬਾਬਾ ਵੀ ਕਹਿਣਗੇ ਸ਼ਿਵ ਬਾਬਾ ਨੂੰ ਯਾਦ ਕਰੋ। ਸ਼ਿਵ ਬਾਬਾ ਖੁਦ ਵੀ ਕਹਿੰਦੇ ਮੈਨੂੰ ਬਾਪ ਨੂੰ ਯਾਦ ਕਰੋ। ਆਤਮਾਵਾਂ ਨੂੰ ਕਹਿੰਦੇ ਹਨ ਬੱਚੇ। ਬਾਬਾ ਕਹਿ ਰਹੇ ਕਿ ਇਹ ਅੰਦਰ ਆਪਣੇ ਅੰਦਰ ਘੋਟਣਾ ਹੈ ਕਿ ਅਸੀਂ ਆਤਮਾ ਹਾਂ। ਗਾਉਂਦੇ ਹਨ ਨਾ, ਤੁਲਸੀਦਾਸ ਚੰਦਨ ਘਿਸੇ ਤਿਲਕ ਕਰੇ ਦੇਤ ਰਘੁਵੀਰ। ਤਿਲਕ ਕੋਈ ਥੋੜੀ ਸਥੂਲ ਦਿੱਤਾ ਜਾਂਦਾ ਹੈ। ਤੁਸੀਂ ਸਮਝਦੇ ਹੋ ਤਿਲਕ ਅਸਲ ਵਿੱਚ ਇਸ ਸਮੇਂ ਦਾ ਯਾਦਗਾਰ ਹੈ। ਹੁਣ ਤੁਸੀਂ ਜਾਣਦੇ ਹੋ ਕਿ ਤੁਸੀਂ ਆਤਮਾ ਬਿੰਦੀ ਮਿਸਲ ਹੋ। ਬਾਬਾ ਵੀ ਬਿੰਦੀ ਹੈ। ਬਾਬਾ ਗਿਆਨ ਦਾ ਸਾਗਰ, ਸੁਖ ਦਾ ਸਾਗਰ ਹੈ। ਉਹ ਸਾਨੂੰ ਵਰਦਾਨ ਦਿੰਦੇ ਹਨ। ਇਸ ਦੇ ਬਾਜੂ ਵਿੱਚ ਆ ਕੇ ਬੈਠਦੇ ਹਨ। ਬ੍ਰਹਮਾ ਬਾਬਾ ਦੀ ਵਿੱਚ ਪ੍ਰਵੇਸ਼ ਕਰਦੇ ਹਨ। ਬਾਬਾ ਕਹਿ ਰਹੇ ਕਿ ਸਿਰਫ ਕਹਿੰਦੇ ਹਨ ਬੱਚੇ ਆਪਣੇ ਨੂੰ ਆਤਮਾ ਸਮਝ ਮਾਮੇ ਕਮ ਯਾਦ ਕਰੋ। ਬਾਪ ਕਹਿੰਦੇ ਹਨ ਕਿ ਬਾਪ ਨੂੰ ਪਹਿਚਾਣਿਆ ਹੈ ਤਾਂ ਸ਼੍ਰੀਮਤ ਤੇ ਜ਼ਰੂਰ ਚੱਲੋ। ਇੱਕ ਬਾਪ ਨੂੰ ਯਾਦ ਕਰੋ। ਬਾਬਾ ਬਾਰ-ਬਾਰ ਅੱਜ ਮੁਰਲੀ ਦੇ ਵਿੱਚ ਕਹਿ ਰਹੇ ਕਿ ਬੱਚੇ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਅਸੀਂ ਵਾਪਸ ਘਰ ਜਾਣਾ ਹੈ। ਹੁਣ ਇਹ ਸਰੀਰ ਛੱਡਣਾ ਹੈ। ਬਾਕੀ ਟਾਈਮ ਸੇਵਾ ਵਿੱਚ ਲਗਾਉਣਾ ਹੈ। ਤੁਸੀਂ ਬੱਚੇ ਬਹੁਤ ਗਰੀਬ ਹੋ, ਇਸ ਲਈ ਬਾਪ ਨੂੰ ਤਰਸ ਪੈਂਦਾ ਹੈ। ਤੁਸੀਂ ਬੁੱਢੀਆਂ ਕੁਬਜਾਵਾਂ ਕੋਈ ਵੀ ਤੁਹਾਨੂੰ ਤਕਲੀਫ ਨਹੀਂ ਦਿੰਦੇ। ਬਾਬਾ ਬੁੱਢੀ ਨੂੰ ਕੁਬਜਾ ਕਿਹਾ ਜਾਂਦਾ ਹੈ ਨਾ। ਬੁੱਢੀਆਂ ਨੂੰ ਸਮਝਾਇਆ ਜਾਂਦਾ ਹੈ ਬਾਪ ਨੂੰ ਯਾਦ ਕਰੋ। ਤੁਹਾਨੂੰ ਕੋਈ ਵੀ ਪੁੱਛੇ ਤੁਸੀਂ ਕਿੱਥੇ ਜਾਂਦੀਆਂ ਹੋ ਤਾਂ ਦੱਸੋ ਕਿ ਗੀਤਾ ਪਾਠਸ਼ਾਲਾ ਵਿੱਚ ਜਾਂਦੀ ਹਾਂ। ਇਹ ਤਾਂ ਉਹ ਕ੍ਰਿਸ਼ਨ ਦੀ ਆਤਮਾ 84 ਜਨਮ ਲੈ ਹੁਣ ਬਾਪ ਤੋਂ ਗਿਆਨ ਲੈ ਰਹੀ ਹੈ। ਬੱਚੇ ਪ੍ਰਦਰਸ਼ਨੀ ਆਦਿ ਤੇ ਕਿੰਨਾ ਖਰਚਾ ਕਰਦੇ ਹਨ। ਲਿਖਦੇ ਵੀ ਹਨ ਫਲਾਣਾ ਬਹੁਤ ਵਧੀਆ ਪ੍ਰਭਾਵਿਤ ਹੋਇਆ, ਪਰੰਤੂ ਬਾਬਾ ਕਹਿੰਦੇ ਹਨ ਇੱਕ ਵੀ ਇਸ ਤਰ੍ਹਾਂ ਨਹੀਂ ਲਿਖਦਾ ਕਿ ਬਰੋਬਰ ਇਸ ਸਮੇਂ ਬੇਹੱਦ ਦਾ ਬਾਪ ਇਸ ਬ੍ਰਹਮਾ ਤਨ ਵਿੱਚ ਆਇਆ ਹੈ।
ਉਸ ਤੋਂ ਹੀ ਸਵਰਗ ਦਾ ਵਰਸਾ ਮਿਲ ਸਕਦਾ ਹੈ। ਬਾਬਾ ਸਮਝ ਜਾਂਦੇ ਹਨ ਕਿ ਇੱਕ ਨੂੰ ਵੀ ਨਿਸ਼ਚੈ ਨਹੀਂ ਹੋਇਆ, ਸਿਰਫ ਪ੍ਰਭਾਵਿਤ ਹੁੰਦੇ ਹਨ। ਇਹ ਯੱਗ ਬਹੁਤ ਅੱਛਾ ਹੈ, ਸੀੜੀ ਠੀਕ ਰੀਤੀ ਨਾਲ ਦਿਖਾਈ ਹੈ, ਪਰੰਤੂ ਯੋਗ ਵਿੱਚ ਰਹਿ ਕੇ ਸਤੋ ਪ੍ਰਧਾਨ ਬਣਨ ਉਹ ਨਹੀਂ ਕਰਦੇ। ਸਿਰਫ ਕਹਿੰਦੇ ਹਨ ਸਮਝਾਣੀ ਤਾਂ ਬਹੁਤ ਵਧੀਆ ਹੈ ਪਰਮਾਤਮਾ ਨੂੰ ਵਰਸਾ ਪਾਉਣ ਦੀ, ਪਰੰਤੂ ਖੁਦ ਪਾਉਣ ਉਹ ਨਹੀਂ ਕਰਦੇ, ਖੁਦ ਪੁਰਸ਼ਾਰਥ ਨਹੀਂ ਕਰਦੇ। ਹੁਣ ਹਰ ਇੱਕ ਬੱਚਾ ਆਪਣੀ ਦਿਲ ਤੋਂ ਪੁੱਛੇ ਕਿ ਅਸੀਂ ਕਿੱਥੋਂ ਤੱਕ ਬਾਪ ਦੀ ਯਾਦ ਵਿੱਚ ਹਰਸ਼ਿਤ ਰਹਿੰਦੇ ਹਾਂ। ਇਸ ਤਰ੍ਹਾਂ ਬੈਠ ਕੇ ਆਪਣੇ ਨਾਲ ਇਕਾਂਤ ਵਿੱਚ ਬੈਠ ਕੇ ਗੱਲਾਂ ਕਰੋ, ਟਰਾਇਲ ਕਰਕੇ ਦੇਖੋ। ਬਾਪ ਨੂੰ ਯਾਦ ਕਰੋ ਤਾਂ ਬਾਪ ਵੀ ਗਰੰਟੀ ਕਰਦੇ ਹਨ ਕਿ ਤੁਸੀਂ ਅੱਧਾ ਕਲਪ ਕਦੇ ਵੀ ਰੋਵੋਗੇ ਨਹੀਂ। ਅੱਗੇ ਬਾਬਾ ਕਹਿ ਰਹੇ ਕਿ ਯੋਗ ਨਾਲ ਤੁਹਾਨੂੰ 21 ਜਨਮ ਦੀ ਤੁਸੀਂ ਸ਼ਫਾ ਪਾਉਂਦੇ ਹੋ। ਇਹ ਤਾਂ ਬਹੁਤ ਵੱਡੀ ਹਸਪੀਟਲ ਵੀ ਹੈ, ਬਹੁਤ ਵੱਡੀ ਕਾਲਜ ਵੀ ਹੈ। ਬਾਪ ਚੰਗੀ ਤਰ੍ਹਾਂ ਸਮਝਾਉਂਦੇ ਹਨ। ਬਾਬਾ ਕਹਿੰਦੇ ਹਨ ਜਿਸ ਨੂੰ ਜਿੱਥੇ ਮਜ਼ਾ ਆਵੇ, ਜਿੱਥੇ ਦਿਲ ਲੱਗੇ, ਉੱਥੇ ਜਾ ਕੇ ਪੜ੍ਹਾਈ ਪੜ੍ਹ ਸਕਦੇ ਹੋ। ਇਸ ਤਰ੍ਹਾਂ ਨਹੀਂ ਕਿ ਸਾਡੇ ਸੈਂਟਰ ਤੇ ਆਓ, ਇਸ ਦੇ ਕੋਲ ਕਿਉਂ ਜਾਂਦੇ ਹੋ, ਨਹੀਂ, ਜਿਸ ਨੂੰ ਜਿੱਥੇ ਚਾਹੀਦਾ ਉਹ ਜਾਵੋ। ਬਾਬਾ ਤਾਂ ਇੱਕ ਹੀ ਹੈ ਨਾ, ਮੁਰਲੀ ਤਾਂ ਪੜ੍ਹ ਕਰ ਸੁਣਾਉਂਦੇ ਹਨ। ਉਹ ਮੁਰਲੀ ਇੱਥੇ ਤੋਂ ਜਾਂਦੀ ਹੈ, ਫਿਰ ਕੋਈ ਵਿਸਤਾਰ ਨਾਲ ਬਹੁਤ ਚੰਗਾ ਵੀ ਸਮਝਾਉਂਦੇ ਹਨ। ਮੁਰਲੀ ਸੁਣਾਉਣ ਤੇ ਹੈ ਕਿ ਵਿਸਤਾਰ ਨਾਲ ਵੀ ਸਮਝਾਉਂਦੇ ਅੱਛਾ, ਔਰ ਕੋਈ ਸਿਰਫ ਪੜ੍ਹ ਕੇ ਸੁਣਾ ਦਿੰਦੇ ਹਨ। ਮੁਰਲੀ ਤਾਂ ਪੜ੍ਹ ਕੇ ਸੁਣਾਉਂਦੇ ਹਨ। ਮੁਰਲੀ ਇੱਥੋਂ ਜਾਂਦੀ ਹੈ। ਭਾਸ਼ਣ ਕਰਨ ਵਾਲੇ ਦੀ ਅੱਛੀ ਲਲਕਾਰ ਕਰਦੇ ਹੋਣਗੇ ਤਾਂ ਬਾਪ ਕਹਿੰਦੇ ਬੱਚੇ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਅਤੇ ਪਾਵਨ ਬਣ ਕੇ ਪਾਵਨ ਦੁਨੀਆ ਦਾ ਮਾਲਿਕ ਬਣ ਜਾਓਗੇ। ਕਿੰਨਾ ਸਹਿਜ ਸਮਝਾਉਂਦੇ ਹਨ। ਅੱਛਾ, ਮਿੱਠੇ ਮਿੱਠੇ ਸਿੱਕੇ ਲੱਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਪੁਆਇੰਟ, ਬਾਹਰ ਦੇ ਵਿਅਰਥ ਖਿਆਲਾਂ ਨੂੰ ਛੱਡ ਕੇ ਇਕਾਂਤ ਵਿੱਚ ਬੈਠ ਕੇ ਯਾਦ ਦੀ ਮਿਹਨਤ ਕਰਨੀ ਹੈ। ਸਵੇਰੇ ਸਵੇਰੇ ਉੱਠ ਕੇ ਵਿਚਾਰ ਸਾਗਰ ਮੰਥਨ ਕਰਨਾ ਅਤੇ ਆਪਣਾ ਚਾਰਟ ਦੇਖਣਾ ਹੈ। ਦੂਸਰਾ, ਜਿਵੇਂ ਭਗਤੀ ਵਿੱਚ ਦਾਨ ਪੁੰਨ ਦਾ ਮਹੱਤਵ ਹੈ, ਇਸ ਤਰ੍ਹਾਂ ਗਿਆਨ ਮਾਰਗ ਵਿੱਚ ਯਾਦ ਦਾ ਮਹੱਤਵ ਹੈ। ਯਾਦ ਨਾਲ ਆਤਮਾ ਨੂੰ ਐਵਰ ਹੈਲਦੀ ਵੈਲਦੀ ਬਣਨਾ ਹੈ, ਅਸ਼ਰੀਰੀ ਰਹਿਣ ਦਾ ਅਭਿਆਸ ਕਰਨਾ ਹੈ। ਵਰਦਾਨ ਹੈ, ਵਾਚਾ ਦੁਆਰਾ ਗਿਆਨ ਰਤਨਾਂ ਦਾ ਦਾਨ ਕਰਨ ਵਾਲੇ ਮਾਸਟਰ ਨੌਲੇਜਫੁਲ ਭਵ। ਜੋ ਵਾਚਾ ਦੁਆਰਾ ਗਿਆਨ ਰਤਨਾਂ ਦਾ ਦਾਨ ਕਰਦੇ ਹਨ, ਉਹਨਾਂ ਨੂੰ ਮਾਸਟਰ ਨੌਲੇਜਫੁਲ ਦਾ ਵਰਦਾਨ ਪ੍ਰਾਪਤ ਹੁੰਦਾ ਹੈ। ਉਹਨਾਂ ਦੇ ਇੱਕ ਇੱਕ ਸ਼ਬਦ ਦੀ ਬਹੁਤ ਕੀਮਤ ਹੁੰਦੀ ਹੈ। ਉਹਨਾਂ ਦਾ ਇੱਕ ਇੱਕ ਵਚਨ ਸੁਣਨ ਦੇ ਲਈ ਅਨੇਕ ਆਤਮਾਵਾਂ ਪਿਆਸੀਆਂ ਹੁੰਦੀਆਂ ਹਨ। ਉਹਨਾਂ ਦੇ ਹਰ ਸ਼ਬਦ ਵਿੱਚ ਸਾਰ ਭਰਿਆ ਹੁੰਦਾ ਹੈ। ਉਹਨਾਂ ਨੂੰ ਵਿਸ਼ੇਸ਼ ਖੁਸ਼ੀ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਦੇ ਕੋਲ ਖਜ਼ਾਨਾ ਭਰਪੂਰ ਰਹਿੰਦਾ ਹੈ, ਇਸ ਲਈ ਉਹ ਸਦਾ ਸੰਤੁਸ਼ਟ ਅਤੇ ਹਰਸ਼ਿਤ ਰਹਿੰਦੇ ਹਨ। ਉਹਨਾਂ ਦੇ ਬੋਲ ਪ੍ਰਭਾਵਸ਼ਾਲੀ ਹੁੰਦੇ ਹਨ। ਵਾਣੀ ਦਾ ਦਾਨ ਕਰਨ ਨਾਲ ਵਾਣੀ ਵਿੱਚ ਬਹੁਤ ਗੁਣ ਆ ਜਾਂਦੇ ਹਨ। ਸਲੋਗਨ ਹੈ, ਸਵੈਰਾਜ ਦੇ ਮਾਲਿਕ ਬਣੋ ਤਾਂ ਸੰਪੂਰਨ ਵਰਸ਼ੇ ਦਾ ਅਧਿਕਾਰ ਮਿਲ ਜਾਵੇਗਾ। ਅੱਛਾ, ਓਮ ਸ਼ਾਂਤੀ।